ਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਮੈਂ ਕਹਿੰਦੇ ਨਾਮ ਰਤੇ ਮਨ ਨਿਰਮਲ ਹੋਏ। ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਕਿ ਗੁਰੂ ਦੇ ਸਨਮੁਖ ਕਰਕੇ, ਗੁਰੂ ਦੀ ਸ਼ਰਨ ਵਿੱਚ ਰੱਖ ਕੇ, ਦੇਖੋ ਪਰਮਾਤਮਾ ਨੇ ਸਾਨੂੰ ਨਿਰਮਲ ਕਰਨਾ ਹੈ, ਪਵਿੱਤਰ ਕਰਨਾ ਹੈ। ਇਹ ਦਾਤਾਂ ਬਖਸ਼ਣੀਆਂ ਨੇ, ਇਹ ਡਾਇਰੈਕਟ ਨਹੀਂ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਵੇਗੀ ਜਿਹੜੇ ਗੁਰੂ ਦੇ ਸਨਮੁਖ ਹੋ ਜਾਣਗੇ, ਗੁਰੂ ਦੀ ਸ਼ਰਨ ਵਿੱਚ ਆ ਜਾਣਗੇ। ਉਹ ਆਪ ਵੀ ਦਾਤ ਦੇ ਸਕਦਾ ਹੈ, ਦਾਤਾਂ ਉਹਦੇ ਕੋਲ ਨੇ, ਪਰ ਉਹ ਗੁਰੂ ਦੇ ਰਾਹੀਂ ਸਾਡੇ ਉੱਤੇ ਕਿਰਪਾ ਕਰਦਾ ਹੈ। ਗੁਰੂ ਸਾਡਾ ਵਿਚੋਲਾ ਬਣਦਾ ਹੈ। ਗੁਰੂ ਬਾਰੇ ਇਸ ਕਰਕੇ ਸਤਿਗੁਰੂ ਨੇ ਕਿਹਾ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਪਰਮਾਤਮਾ ਦੀ ਦਰਗਾਹ ਦਾ ਵਿਚੋਲਾ ਹੈ ਗੁਰੂ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਵੀ ਸ੍ਰੇਸ਼ਟ ਮਤ, ਸਿਫਤ ਸਲਾਹ, ਸ਼ਬਦ ਦੀ ਵਿਚਾਰ ਜਾਂ ਸ਼ੁਭ ਗੁਣ ਤੇ ਉੱਚੇ ਆਚਰਨ ਦੀ ਦਾਤ ਦਿੰਦਾ ਹੈ, ਗੁਰੂ ਦੀ ਸ਼ਰਨ ਵਿੱਚ ਇਹ ਦਾਤ ਬਖਸ਼ਦਾ ਹੈ। ਭਾਵ ਜਿਹੜੇ ਗੁਰੂ ਦੀ ਸ਼ਰਨ 'ਚ ਟਿਕ ਜਾਂਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ। ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੈ ਹਉਮੈ ਮਲਕ ਹੋਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਜਿਹੜੇ ਵੀ ਨਾਮ ਦੇ ਵਿੱਚ ਰੰਗੇ ਹੋਏ ਮਨੁੱਖ ਨੇ, ਉਹਨਾਂ ਦਾ ਮਨ ਜਿਹੜਾ ਹੈ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਕਿਉਂਕਿ ਨਾਮ ਇੱਕ ਐਸੀ ਦਾਤ ਹੈ, ਜਿਵੇਂ ਜਿਵੇਂ ਕੋਈ ਨਾਮ ਦੇ ਵਿੱਚ ਰਤਿਆ ਜਾਏਗਾ, ਰੰਗਿਆ ਜਾਏਗਾ, ਤੇ ਉਸਦੇ ਜੀਵਨ ਵਿੱਚੋਂ ਜਿਹੜੀ ਮੈਲ ਹੈ ਉਹ ਕੱਟੀ ਜਾਏਗੀ। ਨਾਮ ਹੀ ਮਨੁੱਖ ਨੂੰ ਪਵਿੱਤਰ ਕਰ ਸਕਦਾ ਹੈ, ਹੋਰ ਕੋਈ ਐਸਾ ਜਲ ਨਹੀਂ। ਇੱਕ ਨਾਮ ਜਲ ਹੀ ਹੈ ਜਿਹੜਾ ਮਨੁੱਖ ਦੀ ਆਤਮਾ ਨੂੰ, ਮਨੁੱਖ ਦੇ ਹਿਰਦੇ ਨੂੰ ਪਵਿੱਤਰ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਨਾਮ 'ਚ ਰੰਗੇ ਗਏ, ਉਹਨਾਂ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ, ਉਹ ਪਵਿੱਤਰ ਮਨ ਵਾਲੇ ਹੋ ਜਾਂਦੇ ਨੇ, ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ। ਹਰ ਗੁਣ ਗਾਵੈ, ਕਿਉਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਅਤੇ ਹਉਮੈ ਮਲਕ ਹੋਏ, ਗੁਣ ਗਾ ਗਾ ਕੇ ਆਪਣੀ ਹਉਮੈ ਨੂੰ ਦੀ ਜਿਹੜੀ ਮੈਲ ਹੈ ਨਾ, ਆਪਣੇ ਅੰਦਰੋਂ ਦੂਰ ਕਰ ਲੈਂਦੇ ਹਨ। ਕਿਉਂਕਿ ਜਿਵੇਂ ਜਿਵੇਂ ਕੋਈ ਗੁਣ ਗਾਉਂਦਾ ਹੈ, ਜੀਵਨ ਵਿੱਚੋਂ ਮੈਂ ਮੁੱਕਦੀ ਜਾਂਦੀ ਹੈ, ਤੂੰ ਪ੍ਰਗਟ ਹੁੰਦੀ ਜਾਂਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਸਤਿਗੁਰੂ ਕਹਿੰਦੇ ਜਦੋਂ ਉਹ ਗੁਣ ਗਾਉਂਦੇ ਨੇ ਤੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਦਰ ਸੱਚੈ ਸਦ ਸੋਭਾ ਪਾਏ, ਗੁਰਦੇਵ ਪਿਤਾ ਆਖਣ ਲੱਗੇ। ਤੇ ਐਸੇ ਮਨੁੱਖ ਜਿਹੜੇ ਨੇ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਦੇ ਨੇ, ਤੇ ਸਦਾ ਸਿਰ ਪਰਮਾਤਮਾ ਦੇ ਦਰ 'ਤੇ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ, ਉਹ ਸੋਭਾ ਖੱਟਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਤੇ ਮਹਾਰਾਜ ਕਹਿੰਦੇ ਨਾਮ ਰਤੇ ਗੁਰ ਸ਼ਬਦ ਸੁਹਾਏ। ਆਖਣ ਲੱਗੇ ਹੇ ਭਾਈ, ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਜਿਹੜੇ ਮਨੁੱਖ ਨੇ, ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਨੇ। ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ, ਆਤਮਿਕ ਜੀਵਨ ਚੰਗਾ ਬਣ ਜਾਂਦਾ ਹੈ। ਨਾਮ ਰਤੇ ਗੁਰ ਸ਼ਬਦ ਸੁਭਾਏ, ਅਤੇ ਨਾਮ 'ਚ ਰਤੇ ਹੋਏ ਉਹ ਸੋਭਦੇ ਵੀ ਹਨ ਅਤੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਅਤੇ ਨਾਮ 'ਚ ਰਤੇ ਹੋਏ ਜਿਹੜੇ ਨੇ, ਉਹ ਆਪਣੇ ਜੀਵਨ ਮਨੁੱਖ ਨੂੰ ਜਿਹੜਾ ਹੈ ਉਹ ਸਮਝ ਵੀ ਲੈਂਦੇ ਹਨ। ਸੋ ਗੁਰੂ ਸਾਹਿਬ ਜੀ ਇੱਥੇ ਇਹੀ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਨਾਮ ਦੇ ਵਿੱਚ ਰਤਿਆ ਜਾਣਾ ਹੀ ਅਸਲ ਦੇ ਵਿੱਚ ਜ਼ਿੰਦਗੀ ਦੇ ਹਰ ਇੱਕ ਦੁੱਖ ਤੋਂ ਬਚਣਾ ਹੈ। ਨਾਮ ਇੱਕ ਮਾਲਕ ਦੀ ਐਸੀ ਪਿਆਰੀ ਸੌਗਾਤ ਹੈ, ਨਾਮ ਇੱਕ ਐਸੀ ਦਾਤ ਹੈ ਜਿੱਥੇ ਕਿ ਜੀਵਨ ਵਿੱਚੋਂ ਸਾਰੇ ਕਰਮ ਕਾਂਡ ਮੁੱਕ ਸਕਦੇ ਹਨ। ਪਾਖੰਡ, ਵਿਖਾਵੇ, ਫੋਕੀਆਂ ਜਿਹੜੀਆਂ ਵਡਿਆਈਆਂ ਸੰਸਾਰ ਦੀਆਂ ਮੁੱਕ ਸਕਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਨਾਮ ਦੇ ਵਿੱਚ ਰਤੇ ਜਾਂਦੇ ਨੇ, ਨਾਮ 'ਚ ਰੰਗੇ ਜਾਂਦੇ ਨੇ ਪਰਮਾਤਮਾ ਦੇ, ਉਹਨਾਂ ਦਾ ਜੀਵਨ ਆਪਣੇ ਆਪ ਸੋਹਣਾ ਬੰਦਾ ਚਲਾ ਜਾਂਦਾ ਹੈ। ਇਹ ਗੱਲ ਜ਼ਰੂਰ ਹੈ ਕਿ ਰੰਗ ਲਾਗਤ 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 ਹੈ। ਇੱਕ ਦਿਨ 'ਚ ਕੋਈ ਭਗਤ ਨਹੀਂ ਬਣਦਾ, ਇੱਕ ਦਿਨ 'ਚ ਕਿਸੇ ਨੂੰ ਰੰਗ ਨਹੀਂ ਲੱਗਦਾ, ਪਰ ਇੱਕ ਦਿਨ ਕਿਰਪਾ ਹੁੰਦੀ ਹੈ ਕਿ ਮਨੁੱਖ ਜਿਹੜਾ ਕਦੀ ਸਮਾਂ ਆਉਂਦਾ ਜੇ ਸ਼ਬਦ 'ਚ ਜੁੜਿਆ ਰਹੇ, ਸ਼ਬਦ ਦੀ ਵਿਚਾਰ ਕਰਦਾ ਰਹੇ, ਸ਼ਬਦ ਨੂੰ ਵਿਚਾਰਦਾ ਰਹੇ, ਸ਼ਬਦ ਦਾ ਅਭਿਆਸ ਕਰਦਾ ਰਹੇ, ਅਤੇ ਇੱਕ ਦਿਨ ਜੀਵਨ 'ਚ ਆ ਜਾਂਦਾ ਹੈ ਕਿ ਜਿਸ ਨਾਲ ਮਨ ਪਵਿੱਤਰ ਹੋ ਜਾਂਦਾ ਹੈ, ਪਾਕ ਹੋ ਜਾਂਦਾ ਹੈ। ਅਗਲੇ ਵਚਨ ਕੀਤੇ ਮਹਾਰਾਜ ਨੇ, ਲਾਹਾ ਨਾਮ ਪਾਏ ਗੁਰ ਦੁਆਰ। ਕਹਿੰਦੇ ਨੇ ਉਹ ਗੁਰੂ ਦੇ ਦਰ 'ਤੇ ਰਹਿ ਕੇ ਪਰਮਾਤਮਾ ਦੇ ਨਾਮ ਦਾ ਲਾਹਾ ਖੱਟਦੇ ਹਨ। ਮਹਾਰਾਜ ਕਹਿਣ ਲੱਗੇ ਲਾਹਾ ਨਾਮ ਪਾਏ ਗੁਰਦੁਆਰ।
ਗੁਰਦੁਆਰ ਦਾ ਅਰਥ ਹੈ ਗੁਰੂ ਦੇ ਦਰ ਤੇ। ਕਿਉਂਕਿ ਇਹ ਗੱਲ ਜੀਵਨ 'ਚ ਚੰਗੀ ਤਰ੍ਹਾਂ ਸਮਝ ਲੈਣਾ ਕਿ ਗੁਰੂ ਦਾ ਦਰ ਹੈ ਹੀ ਇਸ ਵਾਸਤੇ ਕਿ ਇੱਥੇ ਸਾਨੂੰ ਆਤਮਿਕ ਜੀਵਨ ਦੀ ਸੋਝੀ ਮਿਲਦੀ ਹੈ, ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨ ਦੀ ਸਮਤ ਮਿਲਦੀ ਹੈ। ਇਹਨੂੰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਮਹਾਰਾਜ ਕਹਿੰਦੇ ਭਾਂਡਾ ਉਹ ਚੰਗਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ, ਭਾਂਡਾ ਅਤ ਦਾ ਮਲੀਨ ਹੋਇਆ ਪਿਆ ਹੈ ਤੇ ਜੇ ਕੋਈ ਤੀਰਥ ਆਦਿ ਤੋਂ ਇਸ ਭਾਂਡੇ ਨੂੰ ਸਾਫ਼ ਕਰਨ ਦਾ ਯਤਨ ਕਰੇ ਤੇ ਇਹ ਧੋਤਾ ਨਹੀਂ ਜਾਂਦਾ। ਇਹ ਤਾਂ ਇੱਕੋ ਹੀ ਤੀਰਥ ਹੈ, ਉਹ ਹੈ ਗੁਰ ਦਰਿਆਓ ਸਦਾ ਮਨ ਨਿਰਮਲ। ਇਹ ਤਾਂ ਗੁਰੂ ਦੇ ਦਰਿਆ ਤੇ ਆ ਕੇ ਜਿਹੜਾ ਇਸ਼ਨਾਨ ਕਰੇਗਾ, ਗੁਰ ਸਤਸੰਗਤ ਵਿੱਚ ਜਿਹੜਾ ਆਏਗਾ, ਇਹਨੂੰ ਮਹਾਰਾਜ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮ ਦੇ ਦਾਸਾਂ ਦਾ ਸਰੋਵਰ ਪਾਓ ਸਤਸੰਗਤ। ਇਹ ਜੁਗਤਾਂ ਦੱਸਦੇ ਨੇ ਸਤਿਗੁਰੂ ਸਾਨੂੰ। ਇਸ ਕਰਕੇ ਪਿਆਰ ਵਾਲਿਓ, ਸਤਿਗੁਰੂ ਕਹਿੰਦੇ ਨੇ ਗੁਰੂ ਦੇ ਦਰ ਤੇ ਹੀ ਇਹ ਭਾਂਡਾ ਧੋਤਾ ਜਾਣਾ। ਤੀਰਥ ਆਦਿ ਦੇ ਇਸ਼ਨਾਨ ਕੀਤਿਆਂ ਕੋਈ ਯਤਨ ਕਰੇ ਇਹ ਭਾਂਡਾ ਸਾਫ਼ ਨਹੀਂ ਹੋਣਾ। ਤੇ ਮਹਾਰਾਜ ਕਹਿੰਦੇ ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ। ਗੁਰੂ ਦੇ ਦੁਆਰ ਤੇ ਆ ਕੇ ਹੀ ਭਾਂਡੇ ਦੀ ਸੋਝੀ ਪੈਂਦੀ ਹੈ। ਮੇਰਾ ਭਾਂਡਾ ਨਿਰਮਲ ਹੈ, ਮੇਰਾ ਭਾਂਡਾ ਜਾਂ ਗੰਦਾ ਹੈ, ਇਸ ਭਾਂਡੇ 'ਚ ਹੈ ਕੀ? ਜਦੋਂ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਕੇ ਸਿਧਾਂਤ ਨੂੰ ਪੜ੍ਹਦੇ ਹਾਂ ਤੇ ਆਪਣੇ ਆਪ ਨੂੰ ਵੇਖਦੇ ਹਾਂ, ਉਦੋਂ ਪਤਾ ਲੱਗਦਾ ਦਾਤਾ ਮੇਰਾ ਜੀਵਨ ਤਾਂ ਇੱਦਾਂ ਬਣਿਆ ਪਿਆ ਕਿ ਅਸੰਖ ਮੂਰਖ ਅੰਧ ਘੋਰ। ਮੈਂ ਮੂਰਖ ਹਾਂ, ਮੈਂ ਅੰਧ ਘੋਰ ਅਗਿਆਨਤਾ ਦੇ ਹਨੇਰੇ 'ਚ ਜੀ ਰਿਹਾ ਹਾਂ। ਅਸੰਖ ਅਮਰ ਕਰ ਜਾਹਿ ਜੋਰ, ਆਪਣਾ ਹੁਕਮ ਚਲਾ ਰਿਹਾ ਹਾਂ। ਅਸੰਖ ਪਾਪੀ ਪਾਪ ਕਰ ਜਾਏ ਸੰਗ ਕੂੜਿਆਰ, ਕੂੜੇ ਫਰਾਏ ਵਾਲੀ ਅਵਸਥਾ ਬਣੀ ਹੋਈ ਹੈ। ਅਸੰਖ ਮਲੇਸ਼ ਮਲ ਖਾਏ, ਅਸੰਖ ਨਿੰਦਕ ਸਿਰ ਕਰਾਂ ਭਾਰ। ਹੁਣ ਇਹ ਸਾਰੀ ਕੈਟਾਗਰੀ ਜਦੋਂ ਆਪਾਂ ਆਪਣੇ ਜੀਵਨ 'ਚ ਦੇਖਦੇ ਹਾਂ ਤੇ ਸਹਿਜ ਸੁਭਾਅ ਪਤਾ ਲੱਗਦਾ ਕਿ ਹਾਂ ਵਾਕਈ ਇਹ ਚੀਜ਼ਾਂ ਮੇਰੇ ਜੀਵਨ 'ਚ ਹੈਗੀਆਂ ਨੇ। ਇਸ ਕਰਕੇ ਪਿਆਰ ਵਾਲਿਓ, ਗੁਰਦੇਵ ਪਿਤਾ ਸਾਨੂੰ ਸਾਰਿਆਂ ਨੂੰ ਇਹ ਵਿਚਾਰਧਾਰਾ ਬਖਸ਼ ਰਹੇ ਨੇ ਕਿ ਗੁਰੂ ਦੇ ਦਰ ਤੇ ਆ ਕੇ ਆਪੇ ਦੀ ਸੋਝੀ ਆਉਂਦੀ ਹੈ। ਗੁਰੂ ਦੇ ਦਰ ਤੇ ਆ ਕੇ ਆਪਣੇ ਆਪ ਦੀ ਪਰਚੋਲ ਕਰਨ ਦਾ ਸੁਭਾਗ ਮਿਲਦਾ ਹੈ, ਜਾਂ ਆਪਣੇ ਆਪ ਨੂੰ ਘੜਨ ਦਾ ਸੁਭਾਗ ਮਿਲਦਾ ਹੈ। ਜਿਵੇਂ ਇੱਕ ਬੱਚਾ ਸਕੂਲ ਜਾ ਕੇ ਆਪਣੇ ਆਪ ਨੂੰ ਘੜਦਾ ਹੈ ਨਾ, ਇਸ ਤਰ੍ਹਾਂ ਇੱਕ ਸਿੱਖ ਅਖਵਾਉਣ ਵਾਲਾ ਸਿੱਖਿਆਰਥੀ ਜਿਹੜਾ ਉਹ ਗੁਰੂ ਦੇ ਦਰ ਤੇ ਆ ਕੇ ਆਪਣੇ ਆਪ ਨੂੰ ਘੜਦਾ ਹੈ। ਔਰ ਪਿਆਰ ਵਾਲਾ ਸੱਜਣ ਜਿਹੜਾ ਗੁਰੂ ਦੇ ਦਰ ਤੇ ਰਹਿ ਕੇ ਮਨੁੱਖ ਪਰਮਾਤਮਾ ਦਾ ਨਾਮ ਲਾਭ ਖੱਟਦਾ ਹੈ ਨਾ, ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਮਿਲਦਾ ਕਿ ਉਸ ਨੂੰ ਦਾਤ ਪਰਮਾਤਮਾ ਆਪ ਹੀ ਝੋਲੀ 'ਚ ਪਾ ਦਿੰਦਾ, ਆਪੇ ਦੇਵੈ ਦੇਵਨਹਾਰ। ਪਰ ਇਹ ਦਾਤ ਦੇਣ ਦੀ ਸਮਰੱਥਾ ਰੱਖਣ ਵਾਲਾ ਪ੍ਰਭੂ ਆਪ ਹੀ ਦਿੰਦਾ ਹੈ। ਕਿਉਂਕਿ ਇਹ ਦਾਤ ਜਿਹੜੀ ਹੈ, ਦਾਤ ਵਾਹਿਗੁਰੂ ਦਿੰਦਾ ਹੈ। ਕਿਉਂਕਿ ਦਾਤ ਹੈ, ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ, ਹੈ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਪਰ ਵਾਹਿਗੁਰੂ ਕੀ ਕਰਦਾ ਹੈ ਕਿ ਕੋਈ ਦਾਤ ਲੈਣ ਜੋਗਾ ਹੋ ਜਾਏ, ਇਹਨੂੰ ਮੰਗਣ ਦੀ ਜਾਚ ਆ ਜਾਏ। ਕੋਈ ਆਪਣਾ ਭਾਂਡਾ ਵੱਡਾ ਕਰ ਲੈ ਜਿਹਦੇ ਵਿੱਚ ਦਾਤ ਪੈ ਸਕੇ, ਤੇ ਉਹ ਗੁਰੂ ਹੈ ਜਿਹੜਾ ਕਿ ਭਾਂਡਾ ਸੱਚਾ ਵੀ ਕਰਾ ਦਿੰਦਾ ਹੈ, ਭਾਂਡਾ ਦਾਤ ਲੈਣ ਜੋਗਾ ਵੀ ਕਰਾਉਂਦਾ ਹੈ, ਜੁਗਤੀ ਵੀ ਦੱਸ ਦਿੰਦਾ ਕਿ ਦਾਤ ਕਿਵੇਂ ਲੈਣੀ ਹੈ। ਜਿਵੇਂ ਕਿ ਇਤਿਹਾਸ ਦੇ ਕਈ ਪੱਖ ਅਸੀਂ ਦੇਖਦੇ ਹਾਂ ਜਿੱਥੇ ਕਿ ਜਿਗਿਆਸੂ ਲੋਕ ਆਉਂਦੇ ਰਹੇ ਗੁਰੂ ਘਰ ਦੇ ਵਿੱਚ, ਤੇ ਉਹ ਪੁੱਛਦੇ ਹੁੰਦੇ ਸਨ ਵੀ ਗੁਰੂ ਸਾਹਿਬ ਜੀ ਕੋਲੋਂ ਦਾਤ ਕਿਵੇਂ ਮਿਲੇਗੀ। ਤੇ ਜਿਹੜੇ ਗੁਰੂ ਦਰ ਤੇ ਰਹਿੰਦੇ ਸਨ ਉਹ ਕਹਿੰਦੇ ਸਨ ਵੀ ਦੋ ਤਰੀਕੇ ਨੇ, ਜਾਂ ਤਾਂ ਸਿੱਧੇ ਜਾ ਕੇ ਫਰਿਆਦ ਕਰੋ ਵੀ ਗੁਰੂ ਸਾਹਿਬ ਸਾਡੀ ਝੋਲੀ 'ਚ ਇਹ ਦਾਤ ਪਾ ਦਿਓ, ਤੇ ਗੁਰੂ ਸਾਹਿਬ ਜੇ ਟੁੱਟਣਗੇ ਤੇ ਹੁਣੇ ਹੀ ਪਾ ਦੇਣਗੇ, ਨਹੀਂ ਤੇ ਪਰਚਾ ਪਾ ਦੇਣਗੇ, ਜਾਂ ਕੁਛ ਸਮਾਂ ਦੇ ਦੇਣਗੇ ਫਿਰ ਦੁਬਾਰਾ ਮੁੜ ਕੇ ਆਉਣਾ। ਜਾਂ ਦੂਜਾ ਤਰੀਕਾ ਇਹ ਹੈ ਕਿ ਇਤਨੀ ਸੇਵਾ ਕਰੋ, ਗੁਰੂ ਦਰ ਤੇ ਰਹਿ ਕੇ ਇਤਨਾ ਸਿਮਰਨ ਕਰੋ, ਗੁਰੂ ਆਪ ਪੁੱਛੇ ਦੱਸੋ ਤੁਹਾਨੂੰ ਚਾਹੀਦਾ ਕੀ ਹੈ। ਜਾਂ ਤਾਂ ਇੱਕ ਇਹ ਹੈ ਕਿ ਜਾ ਕੇ ਗੁਰੂ ਨੂੰ ਸਿੱਧਾ ਹੀ ਮੰਗ ਲਓ ਵੀ ਸੱਚੇ ਪਾਤਸ਼ਾਹ ਇਹ ਚਾਹੀਦਾ ਹੈ। ਜਾਂ ਦੂਜਾ ਤਰੀਕਾ ਇਹ ਹੈ ਕਿ ਇਤਨੀ ਸੇਵਾ ਸਿਮਰਨ ਕਰਕੇ ਗੁਰੂ ਨੂੰ ਰਿਝਾਓ, ਗੁਰੂ ਆਪ ਪੁੱਛੇ ਦੱਸ ਸਿੱਖਾ ਤੂੰ ਕਿਵੇਂ ਆਇਆ ਸੀ, ਤੈਨੂੰ ਚਾਹੀਦਾ ਕੀ ਹੈ। ਦੋ ਹੀ ਤਰੀਕੇ ਨੇ। ਇਸ ਕਰਕੇ ਗੁਰਦੇਵ ਪਿਤਾ ਆਖ ਰਹੇ ਨੇ ਕਿ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ। ਇਹ ਦਾਤ ਪਰਮਾਤਮਾ ਦੀ ਹੈ, ਕਿਉਂਕਿ ਦਾਤ ਦੇਣ ਦੀ ਸਮਰੱਥਾ ਉਹ ਆਪ ਹੀ ਰੱਖਦਾ ਹੈ।
ਆਪ ਹੀ ਉਹ ਜੀਵਾਂ ਨੂੰ ਦਾਤਾਂ ਦਿੰਦਾ ਹੈ, ਆਪ ਹੀ ਕਿਰਪਾ ਕਰਦਾ ਹੈ। ਤੇ ਮਹਾਰਾਜ ਕਹਿੰਦੇ ਜੋ ਦੇਵੈ ਤਿਸ ਕੋ ਬਲ ਜਾਈਐ। ਸਾਧੂ ਕਹਿੰਦੇ ਨੇ ਜਿਹੜਾ ਪ੍ਰਭੂ ਇਹ ਦਾਤ ਦਿੰਦਾ ਹੈ ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਦੇਖੋ ਵਾਹਿਗੁਰੂ ਜੀ ਦੀ ਖੇਡ, ਜੋ ਕੁਝ ਸਾਡੇ ਕੋਲ ਹੈ ਉਹ ਵੀ ਦਾਤੇ ਦਾ ਦਿੱਤਾ ਹੋਇਆ, ਜੋ ਅੱਗੇ ਮਿਲੇਗਾ ਉਹ ਵੀ ਦਾਤਾ ਹੀ ਦੇਗਾ। ਇਸ ਕਰਕੇ ਜੋ ਕੁਝ ਅਜੇ ਤੱਕ ਦਿੱਤਾ ਹੈ ਉਹ ਵੀ ਵਾਹਿਗੁਰੂ ਦੀ ਦਾਤ ਹੈ। ਤੇ ਹੁਣ ਤੱਕ ਸਾਡੇ ਕੋਲ ਇਹ ਸਰੀਰ ਸਭ ਤੋਂ ਕੀਮਤੀ ਦਾਤ ਹੈ। ਇਸ ਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਾਨੂੰ ਸਹੂਲਤਾਂ ਦਿੱਤੀਆਂ ਵਾਹਿਗੁਰੂ ਜੀ ਨੇ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਦਕੇ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ, ਜਿਹੜਾ ਕਿ ਇਤਨਾ ਕੁਝ ਸਾਨੂੰ ਦਿੱਤਾ ਹੈ। ਇਹ ਸਰੀਰ ਨਹੀਂ ਦਿੱਤਾ ਸਾਡੇ ਨਾਲ, ਸਰੀਰ ਦੇ ਨਾਲ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮਸਾਲ, ਇਹ ਵੀ ਸਾਰਾ ਕੁਝ ਦਿੱਤਾ ਵਾਹਿਗੁਰੂ ਜੀ ਨੇ। ਕੋਈ ਘਾਟ ਨਹੀਂ ਰੱਖੀ ਮਾਲਕ ਨੇ। ਇਹ ਸਭ ਉਸਦੀ ਸੌਗਾਤ ਹੈ, ਉਸਦੀ ਦਾਤ ਹੈ, ਉਸਦੀ ਕਿਰਪਾ ਹੈ। ਇਹ ਮਨੁੱਖਾ ਜੀਵਨ ਮਿਲਿਆ ਹੈ। ਇਸ ਜੀਵਨ ਨੂੰ ਵੀ ਮਹਾਰਾਜ ਕਹਿੰਦੇ ਦੇਵਤੇ ਤਰਸਦੇ, ਜਿਹੜਾ ਜੀਵਨ ਤੇਰੇ ਕੋਲ ਹੈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਨ ਦੇਵ ਕਹਿ ਰਹੇ ਨੇ ਸਤਿਗੁਰੂ। ਇਸ ਦੇਹੀ ਨੂੰ ਤਾਂ ਦੇਵਤੇ ਵੀ ਤਰਸਦੇ, ਐਡੀ ਕੀਮਤੀ ਦੇਹੀ ਲੈ ਕੇ ਬੈਠਾ ਹੋਇਆ ਪਰਮਾਤਮਾ ਕੋਲ, ਇਤਨੀ ਵਡਮੁੱਲੀ ਅਮੋਲਕ ਦਾਤ ਲੈ ਕੇ ਬੈਠਾ ਹੋਇਆ। ਇਹ ਗੱਲ ਵੱਖਰੀ ਕਿ ਸਾਨੂੰ ਇਸ ਦਾਤ ਦੀ ਸਾਰ ਨਾ ਹੋਣ ਕਰਕੇ ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਦਾਤ ਬੜੀ ਕੀਮਤੀ ਜੇ, ਪਰ ਸਾਨੂੰ ਨਾ ਸਮਝ ਹੋਣ ਕਰਕੇ ਇਹ ਕੋਡੀਆਂ ਦੇ ਭਾਅ 'ਚ ਜਾ ਰਿਹਾ। ਸਤਿਗੁਰ ਕਹਿੰਦੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰਬ ਮੰਗੇਸਿਆ, ਤੂੰ ਆਹੋਂ ਕਿਹੜੇ ਕੰਮ, ਤੂੰ ਕਿਸ ਕੰਮ ਲਈ ਆਇਆ ਸੀ ਸੰਸਾਰ 'ਚ ਭਾਈ ਪੁਰਖਾ। ਇਸ ਕਰਕੇ ਮਹਾਰਾਜ ਜਿਸ ਨੇ ਇਹ ਦਾਤਾਂ ਦਿੱਤੀਆਂ, ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਉਸ ਤੋਂ ਕੁਰਬਾਨ ਜਾਣਾ ਚਾਹੀਦਾ, ਨਾ ਕਿ ਕਿਸੇ ਦੇਵਤੇ ਦੀ ਪੂਜਾ ਜਾਂ ਕਿਸੇ ਰੁੱਖ ਦੀ ਪੂਜਾ ਜਾਂ ਕਿਸੇ ਹੋਰ ਗ੍ਰਹਿ ਦੀ ਪੂਜਾ। ਸੋ ਕਹਿੰਦੇ ਜੇ ਅਸਲ ਦੇ ਵਿੱਚ ਪੂਜਣਾ ਹੀ ਹੈ, ਕੁਰਬਾਨ ਹੀ ਜਾਣਾ, ਤੇ ਵਾਹਿਗੁਰੂ ਜੀ ਨੂੰ ਜਾ, ਪਰਮਾਤਮਾ ਤੋਂ ਕੁਰਬਾਨ ਹੋ। ਫਿਰ ਕਹਿ ਰਹੇ ਨੇ ਸਤਿਗੁਰੂ ਕਹਿੰਦੇ ਗੁਰ ਪ੍ਰਸਾਦੀ ਆਪ ਗਵਾਈਐ। ਆਖਣ ਲੱਗੇ ਗੁਰੂ ਦੀ ਕਿਰਪਾ ਦੇ ਰਾਹੀਂ ਕਹਿੰਦੇ ਨੇ ਆਪਾ ਭਾਵ ਦੂਰ ਕਰਨਾ ਚਾਹੀਦਾ ਹੈ। ਜੋ ਸਾਡੇ ਜੀਵਨ ਵਿੱਚ ਆਪਾ ਭਾਵ ਹੈ ਨਾ, ਇਹ ਗੁਰੂ ਦੀ ਕਿਰਪਾ ਦੇ ਰਾਹੀਂ। ਜਦੋਂ ਗੁਰੂ ਦੀ ਕਿਰਪਾ ਹੋਵੇਗੀ ਨਾ ਤਾਂ ਉਸ ਦੇ ਨਾਲ ਆਪਾ ਭਾਵ ਦੂਰ ਹੋਏਗਾ। ਇਸ ਕਰਕੇ ਸਾਧੂ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਨਾ ਚਾਹੀਦਾ। ਸਾਨੂੰ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ, ਗੁਰੂ ਕੋਲੋਂ ਕਿਰਪਾ ਲੈਣੀ ਚਾਹੀਦੀ ਹੈ, ਦਾਤ ਮੰਗਣੀ ਚਾਹੀਦੀ। ਦਾਤਾ ਤੂੰ ਮੇਰੇ ਉੱਤੇ ਕਿਰਪਾ ਕਰ, ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਇਹਾਂ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਮੈਂ ਤੇਰੀ ਦਾਤ ਨੂੰ ਸੰਭਾਲ ਕੇ ਰੱਖਾਂ, ਮੈਂ ਆਪਾ ਭਾਵ ਦੂਰ ਕਰਕੇ ਭਾਂਡੇ ਵਿੱਚੋਂ ਇਹ ਆਪਾ ਭਾਵ ਦਾ ਗੰਦਮੰਦ ਕੱਢ ਕੇ ਤੇਰੇ ਨਾਮ ਨੂੰ ਪਾ ਲਵਾਂ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਨਾਨਕ ਨਾਮ ਰੱਖੋ ਉਰ ਤਾਰ। ਹੈ ਨਾਨਕ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਰੱਖ, ਦੇਵਨ ਹਾਰੇ ਕੋ ਜੈਕਾਰ। ਜੋ ਪਰਮਾਤਮਾ ਦੇਣ ਵਾਲਾ ਹੈ ਉਹਦੀ ਸਿਫਤ ਸਲਾਹ ਕਰ, ਉਹਦੀ ਵਡਿਆਈ ਕਰ, ਉਹਦੀ ਜੈ ਜੈਕਾਰ ਕਰ। ਕਿਉਂਕਿ ਦਾਤ ਤਾਂ ਵਾਹਿਗੁਰੂ ਜੀ ਦੀ ਹੈ ਜੋ ਕੁਛ ਦੇ ਰਿਹਾ ਹੈ। ਕਿਉਂਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵੇ ਅਗੰਤ ਭਰੇ ਭੰਡਾਰ। ਉਹੀ ਇੱਕ ਦਾਤਾ, ਉਹੀ ਹੈ ਸਰਬ ਸੁਖਾ ਕਾ ਦਾਤਾ। ਸਤਿਗੁਰ ਤਾਕੀ ਸਰਨੀ ਪਾਈਏ, ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ। ਹਰ ਗਾਈਏ ਮਰ ਕਨੇ ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ ਗੁਰਪੁਰੇ ਕੀ ਸਰਨਾਈ। ਇਸ ਤਰ੍ਹਾਂ ਅੱਜ ਦੇ ਇਸ ਪਾਵਨ ਬਚਨਾਂ ਰਾਹੀਂ ਜੋ ਲੜੀਵਾਰ ਅਸੀਂ ਵਿਚਾਰ ਰਹੇ ਹਾਂ, ਗੁਰੂ ਸਾਹਿਬ ਇਹੀ ਆਖ ਰਹੇ ਨੇ ਕਿ ਉਸ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਰੱਖ, ਹਿਰਦੇ ਵਿੱਚ ਧਾਰਨ ਕਰਕੇ ਰੱਖ, ਤੇ ਦੇਵਨ ਹਾਰੇ ਕੋ ਜੈਕਾਰ। ਜਿਹੜਾ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ, ਉਸਦੀ ਸਿਫਤ ਸਲਾਹ ਕਰ, ਉਸਦੀ ਵਡਿਆਈ ਕਰ। ਸੋ ਜਿੱਥੇ ਮੁੱਖ ਬਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਬਖਸ਼ੇ ਹਨ, ਪਿਆਰ ਵਾਲਿਓ, ਅੱਜ ਬੰਦੀ ਛੋੜ ਦਿਵਸ ਜੋ ਖਾਲਸਾ ਪੰਥ ਮਨਾਉਂਦਾ ਹੈ, ਦੀਵਾਲੀ 'ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਹੁੰਦੀ ਹੈ, ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੀ 2 ਕਿਰਪਾਨਾਂ ਪਾਉਂਦੇ ਹਨ ਅਤੇ
ਸਿੱਖ ਕੌਮ ਦੀ ਸੁਚੱਜੀ ਅਗਵਾਈ 9 ਸਾਲ ਦੀ ਆਰਜਾ ਵਿੱਚ ਆਪ ਜੀ ਆਰੰਭ ਕਰਦੇ ਹਨ। ਆਪ ਜੀ ਨੇ ਜੀਵਨ ਦੇ ਸਫ਼ਰ ਦੇ ਵਿੱਚ 11 ਸਾਲ ਦੀ ਆਰਜਾ ਵਿੱਚ ਆਪ ਜੀ ਗੁਰਗੱਦੀ 'ਤੇ ਬਿਰਾਜਮਾਨ ਹੋ ਕਰਕੇ ਔਰ ਮੀਰੀ ਪੀਰੀ ਦੀ ਕਿਰਪਾਨਾ ਪਾ ਕੇ ਖਾਲਸਾ ਪੰਥ ਨੂੰ ਜੋ ਐਲਾਨ ਕਰਦੇ ਹਨ ਜਾਂ ਜੋ ਹੁਕਮਨਾਮੇ ਜਾਰੀ ਕਰਦੇ ਨੇ, ਸਤਿਗੁਰੂ ਜੀ ਦੇ ਉਹ ਕੀਤੇ ਹੋਏ ਹੁਕਮਨਾਮੇ ਵੀ ਜਿਹੜਾ ਖਾਲਸਾ ਹੈ ਉਹ ਅੱਜ ਤੋਂ ਆਪਣੀਆਂ ਜਮਾਨੀਆਂ ਭੇਟਾ ਕਰੇ। ਜਿਹੜਾ ਸਿੱਖ ਅਖਵਾਉਣ ਵਾਲਾ ਹੈ, ਜਿਹੜਾ ਸਿੱਖ ਅਖਵਾਉਣ ਵਾਲਾ ਹੈ, ਉਹ ਅੱਜ ਤੋਂ ਘੋੜੇ ਭੇਟਾ ਕਰੇ, ਚੰਗੇ ਹਥਿਆਰ ਭੇਟਾ ਕਰੇ। ਸਮਾਂ ਸਮਾਂ ਸਿਰ ਗੁਰੂ ਸਾਹਿਬ ਜੀ ਨੇ ਜੋ ਵੀ ਭੇਟ ਦੀ ਲੋੜ ਜਾਪੀ, ਉਹ ਭੇਟਾਵਾਂ ਆਪਣੀਆਂ ਸੰਗਤਾਂ ਕੋਲੋਂ ਆਪਣੇ ਦਰ 'ਤੇ ਮੰਗਵਾਈਆਂ, ਜਿਹੜੀਆਂ ਭੇਟਾਵਾਂ ਦੀ ਲੋੜ ਸੀ। ਕਿਉਂਕਿ ਸਮਾਂ ਸੀ, ਕਿਉਂਕਿ ਪਾਣੀ ਜਦੋਂ ਸਿਰ 'ਤੇ ਟੱਪ ਜਾਏ ਨਾ, ਕਿਉਂਕਿ ਫਿਰ ਤਾਂ 10ਵੇਂ ਪਾਤਸ਼ਾਹ ਦੇ ਬਚਨ ਕੀ ਚੂਕਾਰ ਅਜ਼ ਹਮਾ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਤਸਤ। ਜਦੋਂ ਸਿਰ ਤੋਂ ਪਾਣੀ ਟੱਪ ਜਾਏ ਨਾ, ਫਿਰ ਕਿਰਪਾਨ ਚੱਕ ਲੈਣੀ ਚਾਹੀਦੀ ਹੈ, 10ਵੇਂ ਪਾਤਸ਼ਾਹ ਕਹਿੰਦੇ। ਫਿਰ ਉਸਦੇ ਵਿੱਚ ਕੋਈ ਗੁਨਾਹ ਨਹੀਂ। ਜਦੋਂ ਤੱਕ ਨਿਮਾਣ 'ਚ ਗੱਲ ਚੱਲੀ ਠੀਕ ਹੈ, ਪਰ ਜਦੋਂ ਪਾਣੀ ਸਿਰ ਤੋਂ ਟੱਪ ਗਿਆ, ਫਿਰ ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਪਾ ਕੇ, ਔਰ ਜਦੋਂ ਉੱਥੇ ਮੱਲ ਅਖਾੜੇ ਸ਼ੁਰੂ ਹੋ ਗਏ, ਜਦੋਂ ਉੱਥੇ ਕੁਸ਼ਤੀਆਂ ਸ਼ੁਰੂ ਹੋ ਗਈਆਂ, ਕੁਸ਼ਤੀਆਂ ਤਾਂ ਪਹਿਲਾਂ ਹੀ ਚੱਲਦੀਆਂ ਆ ਰਹੀਆਂ ਸਨ, ਮੱਲ ਅਖਾੜੇ ਨੇ, ਨੇਜਾਬਾਜੀ, ਘੋੜ ਸਵਾਰੀ, ਤਲਵਾਰਬਾਜੀ, ਇਹ ਸਾਰੀਆਂ ਚੀਜ਼ਾਂ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਤੀਆਂ। ਇੱਥੇ ਤੱਕ ਕਿ 1606 ਦੇ ਵਿੱਚ ਆਪ ਜੀ ਗੁਰਗੱਦੀ 'ਤੇ ਬੈਠੇ। 3 ਸਾਲ ਬਾਅਦ 1609 ਦੇ ਵਿੱਚ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਹੁਣਾਂ ਨੇ ਆਪ ਬਣਾਇਆ। ਸਿੱਖਾਂ ਨੇ ਰਲ ਕੇ ਉਸ ਦੇ ਵਿੱਚ ਸੇਵਾ ਕੀਤੀ ਅਤੇ ਇਹ ਸਥਾਨ ਖੜਾ ਕੀਤਾ। ਇੱਥੋਂ ਗੁਰੂ ਸਾਹਿਬ ਜੀ ਨੇ ਫਿਰ ਹੁਕਮਨਾਮੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ, ਔਰ ਇਹ ਹੁਕਮਨਾਮਾ ਜਾਰੀ ਕੀਤਾ ਵੀ ਜਿਹੜਾ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਹੈ, ਉਹ ਆਪਣਾ ਕੋਈ ਵੀ ਫੈਸਲਾ ਲੈ ਕੇ ਸਰਕਾਰੀ ਦਰਬਾਰੇ ਨਾ ਜਾਏ, ਸਗੋਂ ਉਹ ਆਪਣਾ ਫੈਸਲਾ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਏ। ਕੋਈ ਲੜਾਈ, ਕੋਈ ਝਗੜਾ, ਔਰ ਜਦੋਂ ਫੈਸਲੇ ਵੀ ਉੱਥੇ ਹੋਣ ਲੱਗ ਪਏ ਤਾਂ ਉਸ ਵੇਲੇ ਫਿਰ ਜਿਹੜਾ ਕਿ ਬਾਦਸ਼ਾਹ ਜਾਗੀਰ ਕਹਿੰਦਾ ਸੀ ਕਿ ਝੂਠ ਕੀ ਦੁਕਾਨ, ਗੁਰੂ ਨਾਨਕ ਦੇ ਘਰ ਇੱਕ ਹਿੰਦੂ ਬੈਠਾ ਹੈ, ਉਹ ਚਲਾ ਰਿਹਾ, ਇਸ ਤਰ੍ਹਾਂ ਉਹਨਾਂ ਨੇ ਲਿਖਿਆ ਸੀ ਤੁਝ ਕੇ ਜਾਗੀਰ ਦੇ ਅੰਦਰ। ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਇਹ ਗੱਲ ਕਲੀਅਰ ਕਰ ਦਿੱਤੀ ਵੀ ਇਹ ਗੁਰੂ ਨਾਨਕ ਦਾ ਘਰ ਹੈ, ਔਰ ਇਹ ਝੂਠ ਦੀ ਦੁਕਾਨ ਨਹੀਂ ਹੈ, ਇਹ ਅਸਲ ਵਿੱਚ ਸੱਚ ਦਾ ਮਾਰਗ ਹੈ। ਔਰ ਉਸਨੇ ਕਿਹਾ ਕਿ ਮੈਂ ਹੁਣ ਸਭ ਕੁਝ ਖਤਮ ਕਰ ਦਿੱਤਾ ਹੈ, ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ। ਹੁਣ ਇਹ ਕਹਿੰਦੇ ਨੇ ਸਾਹ ਨਹੀਂ ਲੈ ਸਕਦੇ। ਪਰ ਹਰਗੋਬਿੰਦ ਪਾਤਸ਼ਾਹ ਜੀ ਦੇ ਉਪਦੇਸ਼ ਅਤੇ ਉਹਨਾਂ ਦੀ ਕ੍ਰਾਂਤੀ ਨੇ ਇੱਕ ਵਾਰੀ ਫਿਰ ਜਾਗੀਰ ਬਾਦਸ਼ਾਹ ਨੂੰ ਪਰੇਸ਼ਾਨ ਕਰ ਦਿੱਤਾ ਕਿ ਮੈਂ ਸੋਚਿਆ ਸੀ ਅੱਜ ਤੋਂ ਬਾਅਦ ਕੋਈ ਸਿੱਖ ਨਹੀਂ ਬੋਲੇਗਾ, ਇਤਨੇ ਤਸੀਹੇ ਦਿੱਤੇ ਨੇ ਇਹਨਾਂ ਦੇ ਗੁਰੂ ਨੂੰ, ਅਤੇ ਅੱਜ ਕੋਈ ਖੜਾ ਨਹੀਂ ਹੋਵੇਗਾ, ਪਰ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤ ਦੇ ਨਾਲ ਖੜੇ ਹੋ ਗਏ ਨੇ ਅਤੇ ਹੁਣ ਸਾਡੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਵੀ ਤਿਆਰ ਹੋ ਗਏ ਨੇ। ਕਿਉਂਕਿ ਜ਼ਾਲਮ ਮਨੁੱਖ ਨੂੰ ਹਮੇਸ਼ਾ ਖਤਰਾ ਹੁੰਦਾ ਹੈ ਕਿ ਮੇਰੇ ਜ਼ੁਲਮ ਜੋ ਮੈਂ ਲੋਕਾਂ ਦੇ ਕੀਤੇ ਨੇ, ਜੇ ਕੋਈ ਉਸ ਜ਼ੁਲਮ ਦਾ ਬਦਲਾ ਲੈਣ ਲੱਗ ਪਿਆ ਫਿਰ ਮੇਰਾ ਕੀ ਬਣੇਗਾ। ਉਸ ਵੇਲੇ ਗੁਰੂ ਸਾਹਿਬ ਜੀ ਨੂੰ ਫਿਰ ਕੈਦ ਕੀਤਾ ਗਿਆ ਗਵਾਲੀਅਰ ਦੇ ਕਿਲ੍ਹੇ ਵਿੱਚ। ਕੁਝ ਸਮਾਂ ਉੱਥੇ ਗੁਰੂ ਸਾਹਿਬ ਜੀ ਰਹੇ, ਔਰ ਸਿੱਖ ਸੰਗਤਾਂ ਦਾ ਉਸ ਵੇਲੇ ਰੁਝਾਨ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਸੰਗਤਾਂ ਨੇ ਆਉਣਾ। ਮੈਂ ਕਹਿੰਦਾ ਧੰਨ ਉਹ ਸਿੱਖ ਕੁਰਬਾਨ ਜਾਈਏ ਉਹਨਾਂ ਸਿੱਖਾਂ ਤੋਂ ਵੀ ਕਿ ਜਦੋਂ ਅੰਮ੍ਰਿਤਸਰ ਸਾਹਿਬ ਆਉਂਦੇ ਅਤੇ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਨਾ ਹੁੰਦੇ ਅਤੇ ਉੱਥੋਂ ਸੰਗਤਾਂ ਵਹੀਰਾਂ ਕੱਢ ਕੇ ਆਗਰੇ ਨੂੰ ਹੁੰਦੀਆਂ ਹੋਈਆਂ ਅਤੇ ਗਵਾਲੀਅਰ ਤੱਕ ਪਹੁੰਚ ਜਾਂਦੀਆਂ। ਗਵਾਲੀਅਰ ਕਿਲ੍ਹੇ ਦੀ ਪਰਿਕਰਮਾ ਕਰਦੀਆਂ, ਸ਼ਬਦ ਗਾਉਂਦੀਆਂ, ਅਰਦਾਸ ਕਰਕੇ ਵਾਪਸ ਆ ਜਾਂਦੀਆਂ। ਕਿਤਨਾ ਵੱਡਾ ਉਹਨਾਂ 'ਚ ਸਿਦਕ ਸੀ। ਤੁਰ ਕੇ ਜਾਣਾ ਕੋਈ ਐਸੇ ਸਾਧਨ ਨਹੀਂ ਸਨ ਉਸ ਵੇਲੇ। ਕਿੰਨੀ ਲੰਬੀ ਲੰਬੀ ਯਾਤਰਾ ਸਿੱਖ ਸੰਗਤ ਨੇ ਕਰਨੀ। ਪਹਿਲਾਂ ਅੰਮ੍ਰਿਤਸਰ ਸਾਹਿਬ ਆਉਣਾ, ਕੋਈ ਕਾਬਲ ਗੰਧਾਰ ਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ, ਔਰ ਫਿਰ ਉੱਥੋਂ ਗਵਾਲੀਅਰ ਨੂੰ ਤੁਰ ਪੈਣਾ। ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਚੌਕੀਆਂ ਹੋਣੀਆਂ, ਸਿੱਖ ਸੰਗਤਾਂ ਨੇ ਆਉਣਾ ਅਤੇ ਗਵਾਲੀਅਰ ਦੇ ਕਿਲ੍ਹੇ ਆਲੇ ਦੁਆਲੇ ਚੌਕੀ ਕਰਨੀ, ਅਰਦਾਸ ਕਰਨੀ ਅਤੇ ਚਲੇ ਜਾਣਾ।
ਭਾਈ ਗੁਰਦਾਸ ਜੀ ਵਰਗੇ ਆਪਣਾ ਕੰਮ ਕਰ ਰਹੇ ਨੇ, ਵਿਧੀ ਚੰਦ ਜੀ ਜੋ ਗੁਰੂ ਕੇ ਸਿੱਖ ਨੇ ਉਹ ਆਪਣਾ ਕੰਮ ਕਰ ਰਹੇ ਨੇ। ਉਹਨਾਂ ਦਿਨਾਂ ਵਿੱਚ ਜਾਗੀਰ ਬਾਦਸ਼ਾਹ ਚੰਗੀ ਤਰ੍ਹਾਂ ਡਰ ਗਿਆ, ਬਿਮਾਰ ਰਹਿਣ ਲੱਗ ਪਿਆ। ਉਸ ਵੇਲੇ ਫਿਰ ਉਸ ਨੂੰ ਕਿਹਾ ਗਿਆ ਨੂਰਜਹਾਂ ਵੱਲੋਂ ਕਿ ਤੇਰੀ ਬਿਮਾਰੀ ਦਾ ਕਾਰਨ ਤੂੰ ਇੱਕ ਪੀਰ ਨੂੰ, ਸੱਚੇ ਪੀਰ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਰੱਖਿਆ। ਭਾਵੇਂ ਕੁਝ ਇਤਿਹਾਸਕਾਰ ਅੱਜ ਇਹ ਵੀ ਮੰਨਦੇ ਨੇ ਕਿ ਉੱਥੇ ਗੁਰੂ ਸਾਹਿਬ ਜੀ ਨੂੰ ਬੜੇ ਸਤਿਕਾਰ ਨਾਲ ਰੱਖਿਆ ਗਿਆ ਸੀ। ਗੁਰੂ ਸਾਹਿਬ ਜੀ ਨੂੰ ਸਾਰੀਆਂ ਚੀਜ਼ਾਂ ਦੀ ਖੁੱਲ੍ਹ ਸੀ, ਕਿਉਂਕਿ ਗੁਰੂ ਸਾਹਿਬ ਜੀ ਬਾਕੀ ਕੈਦੀ ਜਿਹੜਾ ਉਹ ਉੱਥੇ ਦਾ ਜੇਲ੍ਹ ਦਾ ਜਾਂ ਉਸ ਕੈਦ ਦਾ ਖਾਣਾ ਖਾਂਦੇ ਸਨ, ਪਰ ਗੁਰੂ ਸਾਹਿਬ ਜੀ ਇਸ ਪੱਖੋਂ ਵੀ ਆਜ਼ਾਦ ਸਨ। ਕਿਉਂਕਿ ਗੁਰੂ ਸਾਹਿਬ ਨੇ ਉੱਥੇ ਦੇ ਖਾਣੇ ਖਾਣ ਨੂੰ, ਉੱਥੇ ਦੇ ਲਿਬਾਸ ਨੂੰ, ਕਿਉਂਕਿ ਗੁਰੂ ਸਾਹਿਬ ਜੀ ਨਾਲ ਕਈ ਵਾਰੀ ਜ਼ਿਆਦਤੀ ਉੱਥੇ ਕੀਤੀ ਗਈ। ਕਿਉਂਕਿ ਚੰਦੂ ਵੱਲੋਂ ਤੇ ਉਹਨਾਂ ਦਿਨਾਂ ਦੇ ਅੰਦਰ ਯਤਨ ਕੀਤਾ ਗਿਆ ਵੀ ਕਿਸੇ ਤਰੀਕੇ ਦੇ ਨਾਲ ਇੱਕ ਜ਼ਹਿਰੀਲੀ ਪੋਸ਼ਾਕ ਬਣਾਈ ਗਈ ਤੇ ਹਰਗੋਬਿੰਦ ਪਾਤਸ਼ਾਹ ਨੂੰ ਪ੍ਰਵਾਨ ਕਰ ਲੈਣ, ਉਹਨੂੰ ਪਾਣਗੇ ਤੇ ਆਪਣੇ ਆਪ ਜ਼ਹਿਰ ਚੜ ਜਾਏਗਾ ਤੇ ਇਹਨਾਂ ਨੂੰ ਅਸੀਂ ਖਤਮ ਕਰ ਦਿਆਂਗੇ। ਪਰ ਸਤਿਗੁਰੂ ਜੀ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਚਲੇ ਗਏ। ਗੁਰੂ ਸਾਹਿਬ ਜੀ ਨੇ ਉਹ ਪੋਸ਼ਾਕ ਨਾ ਪਾਈ, ਉੱਥੇ ਦਾ ਖਾਣਾ ਨਾ ਖਾਇਆ। ਗੁਰੂ ਸਾਹਿਬ ਆਪਣੇ ਤਰੀਕੇ ਦੇ ਨਾਲ ਉੱਥੇ ਵਿਚਰੇ। ਔਰ ਜਦੋਂ ਜਾਗੀਰ ਬਾਦਸ਼ਾਹ ਡਰ ਗਿਆ, ਔਰ ਤੁਸੀਂ ਵੇਖੋ ਕਿ ਸਾਈਂ ਮੀਆਂ ਮੀਰ ਵਰਗਿਆਂ ਨੇ ਕਿਹਾ ਵੀ ਤੂੰ ਇਹ ਚੰਗਾ ਨਹੀਂ ਕੀਤਾ। ਪਹਿਲਾਂ ਬੇਕਸੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੂੰ ਸ਼ਹੀਦ ਕਰ ਦਿੱਤਾ, ਹੁਣ ਬੇਕਸੂਰ ਨੇ ਹਰਗੋਬਿੰਦ ਪਾਤਸ਼ਾਹ ਤੂੰ ਕੈਦ ਕੀਤਾ ਹੋਇਆ। ਦੱਸ ਕੋਈ ਇੱਕ ਗਲਤੀ ਦੱਸ, ਕੋਈ ਕਸੂਰ ਦੱਸ ਗੁਰੂ ਕਰਦਾ। ਗੁਰੂ ਘਰ ਕਿਸੇ ਨੂੰ ਕੋਈ ਸਤਾਉਂਦਾ ਹੋਵੇ, ਕਿਸੇ ਨੂੰ ਤੰਗ ਕਰਦਾ ਹੋਵੇ, ਕਿਸੇ ਨੂੰ ਦੀ ਕੋਈ ਜ਼ਮੀਨ ਖੋਂਦਾ ਹੋਵੇ, ਕਿਸੇ ਵੀ ਤਰੀਕੇ ਦੇ ਨਾਲ, ਜਦੋਂ ਐਸੇ ਲੋਕ ਜਾ ਕੇ ਉੱਥੇ ਆਪਣਾ ਪ੍ਰਭਾਵ ਪਾਉਂਦੇ ਰਹੇ, ਔਰ ਜੋ ਇਹਨਾਂ ਲੋਕਾਂ ਨੇ ਜਦੋਂ ਗੱਲ ਆਖੀ ਤਾਂ ਜਾਗੀਰ ਬਾਦਸ਼ਾਹ ਨੂੰ ਫਿਰ ਜਾ ਕੇ ਕਿਤੇ ਸਮਝ ਆਈ। ਫਿਰ ਹਰਗੋਬਿੰਦ ਪਾਤਸ਼ਾਹ ਜੀ ਨੂੰ ਉੱਥੋਂ ਰਿਹਾਅ ਕੀਤਾ ਜਾਂਦਾ ਹੈ, ਔਰ ਗੁਰੂ ਸਾਹਿਬ ਫਿਰ ਵੀ ਨਹੀਂ ਜਾਂਦੇ। ਕਿਉਂਕਿ ਗੁਰੂ ਸਾਹਿਬ ਜੀ ਦਾ ਮਕਸਦ ਉੱਥੋਂ ਹੁਣ ਇਕੱਲੇ ਜਾਣਾ ਨਹੀਂ, ਹੁਣ ਆਪਣੀ ਸੰਗਤ ਨੂੰ ਵੀ ਨਾਲ ਲੈ ਜਾਣਾ ਹੈ। ਕਿਉਂਕਿ ਜਿੰਨਾ ਚਿਰ ਗੁਰੂ ਸਾਹਿਬ ਉੱਥੇ ਵਿਚਰੇ ਨੇ, ਉਹਨਾਂ ਚਿਰ ਜਿਹੜੇ ਉੱਥੇ ਰਾਜੇ ਕੈਦ ਸਨ, ਹੋਰ ਲੋਕ ਕੈਦ ਸਨ, ਉਹ ਆਮ ਨਹੀਂ, ਹੁਣ ਉਹ ਗੁਰੂ ਕੇ ਸਿੱਖ ਬਣ ਚੁੱਕੇ, ਗੁਰੂ ਕੀ ਸੰਗਤ ਬਣ ਚੁੱਕੇ ਨੇ। ਕਿਉਂਕਿ ਗੁਰੂ ਸਾਹਿਬ ਜੀ ਦੇ ਕੋਲ ਬੈਠ ਕੇ ਰੋਜ਼ ਬਾਣੀ ਸੁਣਦੇ ਆ, ਉਹ ਸਤਸੰਗੀ ਬਣ ਚੁੱਕੇ ਨੇ। ਔਰ ਗੁਰੂ ਸਾਹਿਬ ਸਤਸੰਗੀਆਂ ਦੀ ਬੜੀ ਪਰਵਾਹ ਕਰਦੇ ਆ। ਇਹ ਖਿਆਲ ਕਰਨਾ, ਜਿਹੜੇ ਸਤਸੰਗੀ ਨੇ ਗੁਰੂ ਦੇ, ਗੁਰੂ ਉਹਨਾਂ ਨੂੰ ਬੜਾ ਪਿਆਰ ਕਰਦਾ ਹੈ। ਹੁਣ ਸਤਿਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ, ਪਰ ਸਤਿਗੁਰੂ ਜਾਂਦੇ ਨਹੀਂ। ਪੁੱਛਿਆ ਕਿਉਂ? ਕਹਿੰਦੇ ਮੈਂ ਉਦੋਂ ਜਾਵਾਂਗਾ ਜਦੋਂ ਇਹ ਜਿਹੜੇ ਕੈਦੀ ਨੇ ਇਹਨਾਂ ਨੂੰ ਰਿਹਾ ਕੀਤਾ ਜਾਏ। ਪਹਿਲਾਂ 51 ਲੋਕ ਜਿਹੜੇ ਸਨ, ਉਹਨਾਂ ਵਿੱਚ ਛੋਟੇ ਮੋਟੇ ਰਾਜੇ ਸਨ, ਜਿਨ੍ਹਾਂ ਤੋਂ ਕੋਈ ਸਰਕਾਰੀ ਦਰਬਾਰੇ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। 103 ਰਾਜੇ ਗੁਰੂ ਸਾਹਿਬ ਨੇ ਉੱਥੇ ਰਿਹਾ ਕਰਾਏ ਸਨ। ਬਾਅਦ ਦੇ ਅੰਦਰ 52 ਰਾਜੇ ਰਹਿ ਗਏ ਸਨ। 51 ਪਹਿਲਾਂ ਹੋ ਗਏ ਨੇ, 52 ਰਾਜੇ ਰਹਿੰਦੇ ਨੇ। ਜਦੋਂ 52 ਰਾਜੇ ਉਹ ਸਨ ਜਿਨ੍ਹਾਂ ਕੋਲ ਵੱਡੀਆਂ ਜਾਗੀਰਾਂ ਸਨ, ਗੁਰੂ ਸਾਹਿਬ ਜੀ ਨੇ ਫਿਰ ਜੋ ਜਾਣਾ ਨਾ ਕੀਤਾ, ਉਹਨਾਂ ਨੇ ਕਿਹਾ ਸੀ ਵੀ 51 ਰਾਜੇ ਜਿਹੜੇ ਨੇ, ਜੇ 51 ਬੰਦੇ ਛੱਡ ਦਿੱਤੇ ਨੇ ਤੇ ਤੁਸੀਂ ਹੁਣ ਚਲੇ ਜਾਓ। ਕਹਿੰਦੇ ਨਹੀਂ, ਕਹਿੰਦੇ ਇਹਨਾਂ 52 ਨੂੰ ਵੀ ਛੱਡੋ। ਉਹ ਆਖਣ ਲੱਗੇ 52 ਨੂੰ ਤੇ ਅਸੀਂ ਨਹੀਂ ਛੱਡ ਸਕਦੇ। ਕਹਿੰਦੇ ਮੈਂ ਜਾਵਾਂਗਾ ਉਦੋਂ ਜਦੋਂ ਤੁਸੀਂ ਇਹਨਾਂ 52 ਨੂੰ ਰਿਹਾ ਕਰੋਗੇ। ਤੇ ਉਹਨਾਂ ਨੇ ਕਿਹਾ ਵੀ 52 ਇਹ ਰਿਹਾ ਹੋ ਸਕਦੇ ਨੇ ਇੱਕ ਤਰੀਕਾ ਸਾਡੇ ਵੱਲੋਂ ਕਿ ਜਿੱਥੇ ਤੁਹਾਡਾ ਚੋਲਾ ਫੜ ਕੇ ਲੰਘ ਜਾਣਗੇ ਉਹ ਚਲੇ ਜਾਣਗੇ, ਬਾਕੀ ਰਹਿ ਜਾਣਗੇ। ਉਹਨਾਂ ਨੇ ਸੋਚਿਆ ਵੀ ਚੋਲੇ ਕਿੰਨੇ ਬੰਦੇ ਪੜ ਸਕਦੇ ਨੇ? ਇੱਕ ਬੰਦੇ ਦੇ ਪਿੱਛੇ 2 ਬੰਦੇ 4 ਬੰਦੇ ਜਾ ਸਕਦੇ ਨੇ। ਪਰ ਵੇਖੋ ਸਤਿਗੁਰੂ ਜੀ ਨੇ ਉਹ ਜੁਗਤੀ ਵਰਤੀ। ਗੁਰੂ ਸਾਹਿਬ ਜੀ ਨੇ ਲੰਬੀ ਤਨੀਆਂ ਵਾਲਾ, ਕਲੀਆਂ ਵਾਲਾ, ਜਿਹਨੂੰ ਆਪਾਂ ਚੋਲਾ ਕਹਿੰਦੇ ਨੇ, ਇੱਕ ਇਤਨਾ ਵੱਡਾ ਚੋਲਾ ਤਿਆਰ ਕਰਾਇਆ ਕਿ ਜਿਹੜਾ ਕਿ 52 ਬੰਦਿਆਂ ਤੱਕ ਪਹੁੰਚ ਸਕਦੀਆਂ ਕਲੀਆਂ। ਇਹ ਥੋੜ੍ਹੇ ਤੁਸੀਂ ਵਿਚਾਰ ਕਰੋ ਇਹਨੂੰ ਤੁਸੀਂ, ਵੀ ਗੁਰੂ ਸਾਹਿਬ ਜੀ ਨੇ ਕਿਤਨੀ ਜੁਗਤ ਦੇ ਨਾਲ, ਕਿਉਂਕਿ 52 ਬੰਦੇ ਤੁਸੀਂ ਇਕੱਠੇ ਖੜੇ ਕਰਕੇ ਵੇਖੋ, ਤੁਸੀਂ ਆਪ ਆਈਡੀਆ ਲਾਓਗੇ ਵੀ 52 ਰਾਜਿਆਂ ਵਾਸਤੇ ਉਹ ਕਿਤਨੀ ਵੱਡੀਆਂ ਕਲੀਆਂ ਹੋਣਗੀਆਂ ਜੇ 52 ਬੰਦਿਆਂ ਤੱਕ ਪਹੁੰਚ ਜਾਣ ਪਿੱਛੇ, ਔਰ ਇੱਕੋ ਹੀ ਗੇਟ ਵਿੱਚੋਂ ਨਿਕਲਣਾ ਹੋਵੇ, ਛੋਟੇ ਜਿਹੇ ਵਿੱਚੋਂ। ਮੈਂ ਉੱਥੇ ਜਾ ਕੇ ਵੇਖਿਆ ਆਪ ਗਵਾਲੀਅਰ ਦੇ, ਜਦੋਂ ਮੈਂ ਪਿੱਛੇ ਗਿਆ ਸੀ ਇੱਕ ਵਾਰੀ, ਕਈ ਸਾਲ ਹੋ ਗਏ। ਉੱਥੇ ਮੇਰੇ ਨਾਲ ਦੇ ਕੋਈ ਰਾਗੀ ਸਿੰਘ ਲੱਗੇ ਹੋਏ ਸਨ, ਉਹਨਾਂ ਨੇ ਫਿਰ ਸਾਰੀ ਗੱਲ ਮੈਨੂੰ ਦੱਸੀ ਵੀ ਇਹ ਉਹ ਜਗ੍ਹਾ ਹੈ ਜਿੱਥੋਂ ਕਿ ਗੁਰੂ ਸਾਹਿਬ ਜੀ ਨਿਕਲ ਕੇ ਗਏ। ਸਾਰੀਆਂ ਚੀਜ਼ਾਂ ਉਹਨਾਂ ਨੇ ਮੈਨੂੰ ਸਮਝਾਈਆਂ ਉਸ ਵੇਲੇ, ਕਿਉਂਕਿ ਜਿੱਥੇ ਆਪਾਂ
एक इतिहास पढ़ के गल करनी, एक प्रैक्टिकल जाके वेख के गल करनी, वो बहुत फर्क होंदा इस चीज़ का। क्योंकि एक तो किताबों जो लिखा सी वो पढ़ लिया, कि प्रैक्टिकल रूप दे विच हुण तुसीं वेखो कितनी वड्डियां कलियां होणगियां वो, कि गुरु साहब जी एक दरवाजे चों बाहर निकलना है, उस दरवाजे विच पिछे तक कितने 52 बंदे कितने होणगे। आपां गुरुद्वारे से कितने थोड़े जे बंदे बैठे आ, इन्हां नूं इकट्ठे कर लो तो दरवाजे तक चले जाणगे, पर 52 राजे। गुरु साहब जी ने वो जुगती वरत के हर एक बंदे नूं उत्थों रिहा कराया, कैद खाली हो गई। क्यों? क्योंकि गुरु साहब जानते सन कि इत्थे इन्हां नूं सारिआं नूं जहर दित्ती जांदी है रोटी दे अंदर, और जिहड़ा भी उस कैद च कदी गया सी वो मुड़ के वापस जिउंदा नहीं आया। ये तो गुरु साहब जी की किरपा सी उन्हां दे उत्ते, गुरु साहब जी का तरस सी। क्योंकि गुरु साहब के नाल जिहड़ा जुड़ जाता, गुरु साहब उसनूं कभी आत्मिक मौत भी नहीं मरन दिंदा। गुरु साहब आप उस दे उत्ते किरपा कर दिंदे ने, उन्हां नूं उत्थों बचा के रिहा करा लिया ते आप जी आए। भावें ये जिहड़ियां डेटां ने साडियां दिवाली ते जाके नहीं मिलदियां, जदों गुरु साहब जी ਵੱਖ-ਵੱਖ ਥਾਵਾਂ ਤੇ ਜਦੋਂ ਪਿੰਡ, क्योंकि जिथे भी गुरु साहब गए वो रुके। तुसीं वेखो कि जितने अस्थान ने, जिस लाइन ते तुसीं आउंदे हो ना, ग्वालियर तो आगरा, मथुरा, पलवल, पलवल तो फरीदाबाद, इन्हां सारियां थावां ते गुरु साहब जी के स्थान बने हुए हैं। उस तो बाद फिर दिल्ली मजनू का टीला, ये हरगोबिंद पातशाह जी का स्थान है। इत्थों फिर अगे चले जाओ तुसीं, जदों तुसीं हरियाणे च आंदे हो तो कितने स्थान गुरु साहब जी के बने हुए हैं। पर सिख कौम ने एक चलो फैसला किया कि यह जिहड़ा दिहाड़ा बंदी छोड़ दिवस दिवाली नूं मनाना है। आओ कि गुरु साहब जी जदों अमृतसर साहब पहुँचे तो उत्थे दीप माला की गई, आउण की खुशी में दीवे जगाए गए। आओ कि एक तरह से चानन किया गया, रोशनी की गई, स्वागत किया गया, गुरु साहब नूं जी आयां नूं आख्या गया। उसका मकसद की सी? जिथे तक, क्योंकि गुरु साहब बाणी च लिखते हैं कि दीवा वलै अंधेरा जाए, पाठ वेद मत मत पापां खाए। असल विच दीवा जगाण का मतलब जां गुरु साहब जी नूं जी आयां करन दा तरीका, दीप माला करन दा तरीका वो यही सी भी जिहड़ा साढ़े वास्ते कुछ दिनों वास्ते गुरु साहब अलोप हो गए सन, सिखां वास्ते तो सब तो बड़ा हनेरा सी ना भी गुरु साहब जी का सिखां कोलों पासे हो जाना। क्योंकि सिख गुरु तो बिना नहीं रह सकता। सिख दी गुरु नाल ये प्रीत है, मर कंदे झक्कड़ चांगी मीह बरसै पी गुरु देखन जाई, समुंद सागर होवे वो खारा गुरसिख लंघ गुरु पै जाई, जो प्राणी जल बिन है मरता तो सिख गुर बिन मर जाए। सिख गुरु तो बिना आत्मिक मौत मर जाता है, पर जो गुरु मिल जाता है तो सच जानना गुरु दे मिलदे ही सार सिख दे अंदर चानन हो जाता है। जे सो चंदा उगमे सूरज चढ़े हजार, इते चानन होने गुरबिन कोहर अंधार है। गुरु का मिलाप ही असल में चानन है। ये प्रगटावा सी एक बाहरी तौर तो एक लोगों को दसना सी भी सिखां नूं इस तरह हो गया जिमें हनेरे विच दीवा जगाओ तो चानन हुंदा है, सिखां वास्ते गुरु का प्रगट हो जाना एक तरह से चानन मुनारा है। ये गल वखरी कि अज ये चीज़ों ना दूजे पासे लै गए। देखो तुसीं मोमबत्तियां की असीं कितना पोलूशन करते, होर पता नहीं किहड़ी किहड़ी चीज़ां, बंब धमाके, इन्हां दा कोई मतलब थोड़ी, मकसद थोड़ी सी इन्हां चीज़ों का। इहदा अज असीं ऐड करी जा रहे हैं। सगों सानूं ये चाहिए कि अपने वातावरण नूं, अपने पोलूशन नूं, इन्हां सारियां चीज़ों नूं बचाउण वास्ते यतनशील होना चाहिए। सरकारां नूं की, समाजिक लोगों नूं की, धार्मिक लोगों नूं की, ये सारिਆਂ ਨੂੰ एकजुट होकर ये मुहिम छेड़नी चाहिए कि गुरु नानक का करता पवन गुरु पानी पिता की गल करदा है, उसकी रख्या की गल करदा है। और इन्हां पर्यावरण वास्ते गुरु साहब जी किते देखो तुसीं हरगोबिंद पातशाह महाराज का बेला जो कीरतपुर साहब ने तो उत्थे 52 बाग ने, और वो संकेत ये देंदे ने 52 बाग कि अपने पर्यावरण को कितना साफ सुथरा रखना है। क्योंकि जिहड़े रुख ने वही साड़ी हवा को साफ रख सकते। ये साडे कोल प्रैक्टिकल रूप है सतगुरु का। जिथे कि साडे कोल एक गुरबाणी स्वरूप है ना, उत्थे साडे कोल प्रैक्टिकल रूप ने कि 52 बाग ला के लोगों को ये गलों जागरूक करना कि पर्यावरण को बचाना, अपनिया पीढ़ियां को बचाना है, अपने परिवारों की रक्षा करनी है। अज तुसीं वेखो कि पोलूशन बढ़ता जा रहा है।
ਅਸੀਂ ਲੋਕ ਫਿਰ ਉਹਨਾਂ ਤੋਂ, ਮੈਂ ਤੇ ਪਿੱਛੇ ਹੈਰਾਨ ਹੋਇਆ, ਉਹਨਾਂ ਕਰਵਾ ਚੌਥ ਸੀ ਮੇਰੇ ਖਿਆਲ ਤੇ ਸ਼ਾਇਦ ਇਤਨੇ ਬੰਬ ਫਟਾ ਕੇ ਲੋਕਾਂ ਨੇ ਛੱਡੇ। ਕੋਈ ਮਕਸਦ ਹੈ ਇਹਨਾਂ ਚੀਜ਼ਾਂ ਦਾ? ਭਾਈ ਕਿਹੜੀ ਖੁਸ਼ੀ, ਤੁਸੀਂ ਕਿਉਂ ਪੋਲੂਸ਼ਨ ਫੈਲਾ ਰਹੇ ਹੋ ਦੁਨੀਆ ਦੇ ਵਿੱਚ? ਕਿ ਇਹੀ ਤਰੀਕਾ ਤੁਹਾਡੇ ਆਪਣੇ, ਚਲੋ ਹੋਏਗਾ ਤੁਹਾਡਾ ਕਿਸੇ ਦਾ ਆਪਣਾ ਪਰਸਨਲੀ ਕੋਈ ਤਿਉਹਾਰ ਹੋਏਗਾ, ਕਿਸੇ ਵੀ ਧਰਮ ਦਾ ਹੋਵੇ, ਪਰ ਕੀ ਕੁਦਰਤ ਨੂੰ ਗੰਦਾ ਕਰਨ ਦਾ ਸਾਨੂੰ ਅਧਿਕਾਰ ਹੈ? ਕਿਉਂਕਿ ਅਸੀਂ ਲੋਕ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਨੂੰ, ਇਹ ਮੰਨ ਲਓ ਕਿ ਹੁਣ ਤੁਸੀਂ ਵੇਖੋ ਕਿ ਮੈਂ ਪਿਛਲੇ ਸਾਲ ਨੇ ਇਸ ਗੱਲ ਨੂੰ ਪੁੱਛਿਆ ਸੀ, ਸਾਰੇ ਧਰਮ ਮਨਾਉਂਦੇ ਨੇ, ਇਹ 4 ਧਰਮ ਸਾਡੇ ਦੇਸ਼ ਦੇ ਮੰਨੇ ਜਾਂਦੇ ਨੇ, ਸਨਾਤਨ ਮਤ ਹੈ, ਜੈਨੀ ਨੇ, ਬੋਧੀ ਨੇ, ਸਿੱਖ ਨੇ, ਸਾਰੇ ਮਨਾਉਂਦੇ ਦੀਵਾਲੀ। ਜੈਨੀ ਵੀ ਮਨਾਉਂਦੇ ਨੇ, ਬੋਧੀ ਵੀ ਮਨਾਉਂਦੇ ਨੇ, ਸਿੱਖ ਵੀ ਮਨਾਉਂਦੇ ਨੇ, ਸਨਾਤਨ ਵੀ ਮਨਾਉਂਦਾ। ਸਨਾਤਨ ਰਾਮਚੰਦਰ ਜੀ ਦੀ ਅਯੋਧਿਆ ਆਉਣ ਦੀ ਖੁਸ਼ੀ 'ਚ ਮਨਾਉਂਦੇ ਨੇ। ਜੈਨੀ ਜਿਹੜੇ ਜੈਨ ਮੁਨੀ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਜੋ ਮਨਾਉਂਦੇ ਨੇ, ਬੋਧੀ ਵੀ ਮਨਾਉਂਦੇ ਨੇ, ਸਿੱਖ ਵੀ ਮਨਾਉਂਦੇ ਨੇ। ਪਰ ਇਹ ਜਿਹੜੀਆਂ ਚੀਜ਼ਾਂ ਨੇ, ਜੇ ਸਾਰੇ ਧਰਮ ਇੱਕ ਤਿਉਹਾਰ ਮੰਨ ਲਓ ਮਿਥਿਆ ਗਿਆ, ਕਿਉਂਕਿ ਗੁਰਮਤਿ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਕੋਈ ਦਿਨ ਜਾਂ ਕਿਸੇ ਨੂੰ ਖਾਸ ਮਹਾਨਤਾ ਨਹੀਂ ਦਿੱਤੀ ਹੈ। ਗੁਰੂ ਸਾਹਿਬ ਜੀ ਨੇ ਤੇ ਇਹ ਕੀਤਾ ਸੀਗਾ ਵੀ ਜਦੋਂ ਗੁਰਮਤਿ ਦਾ ਪ੍ਰਚਾਰ ਕਰਨਾ ਸੀ ਤੇ ਇਕੱਠ ਹੁੰਦੇ ਸਨ, ਤੇ ਸਾਲ ਦੇ ਵਿੱਚ 2 ਵੱਡੇ ਇਕੱਠ ਹੁੰਦੇ ਸਨ, ਇੱਕ ਦੀਵਾਲੀ ਨੂੰ ਤੇ ਇੱਕ ਹੁੰਦਾ ਸੀ ਵਿਸਾਖੀ ਨੂੰ। ਦੀਵਾਲੀ ਨੂੰ ਇਕੱਠ ਹੁੰਦਾ ਸੀ ਔਰ ਵਿਸਾਖੀ ਨੂੰ, ਕਿਉਂਕਿ ਉਸ ਵੇਲੇ ਸਮਾਂ ਦਾ ਮਾਪਦੰਡ ਇਹ ਸੀ। ਅੱਜ ਤਾਂ ਦੇਖੋ ਤੁਹਾਡੇ ਕੋਲ ਘੜੀਆਂ ਹੱਥਾਂ 'ਚ ਨੇ, ਜਿਹਦੇ ਕੋਲ ਘੜੀ ਨਹੀਂ ਉਹਦੇ ਕੋਲ ਘੜੀ, ਟਾਈਮ ਵਾਲੀ ਘੜੀਆਂ ਆ ਰਹੀਆਂ ਨੇ, ਮੋਬਾਈਲ ਤੁਹਾਡੇ ਕੋਲ ਆ ਗਏ ਨੇ, ਘਰਾਂ ਵਿੱਚ ਘੜੀਆਂ ਲੱਗੀਆਂ ਨੇ, ਤੁਹਾਡੇ ਘਰ 'ਚ ਅਖਬਾਰ ਆ ਰਿਹਾ, ਕੈਲੰਡਰ ਨੇ, ਕਿਤਨੀਆਂ ਚੀਜ਼ਾਂ ਨੇ। ਪੁਰਾਤਨ ਸਮਾਂ ਐਸਾ ਸੀ ਜਦੋਂ ਇਹਨਾਂ ਵਿੱਚੋਂ ਕੋਈ ਸਾਧਨ ਨਹੀਂ ਸੀ, ਕੇਵਲ ਫਸਲ ਤੋਂ ਪਤਾ ਲੱਗਦਾ ਸੀ ਵੀ ਹੁਣ ਫਸਲ ਜਿਹੜੀ ਹੈ ਪੱਕਣ ਵਾਲੀ ਹੈ ਤੇ ਇਹ ਵਾਲੀ ਹੁਣ ਵਿਸਾਖੀ ਆ ਜਾਣੀ ਹੈ, ਇਹ ਫਸਲ ਪੱਕਣ ਵਾਲੀ ਹੈ ਤੇ ਹੁਣ ਜੋ ਦੀਵਾਲੀ ਆ ਜਾਣੀ, ਇਤਨੀ ਤੇ ਗੱਲ ਸੀ ਨਾ। ਇਹੀ ਮਾਪਦੰਡ ਲੋਕਾਂ ਕੋਲ ਹੁੰਦਾ ਸੀ ਉਸ ਵੇਲੇ। ਇਸ ਕਰਕੇ ਇਹ 2 ਜਿਹੜੇ ਦਿਹਾੜੇ ਸਨ, ਦੀਵਾਲੀ ਜਾਂ ਵਿਸਾਖੀ, ਇਹ ਇਕੱਠ ਹੋਇਆ ਕਰਦੇ ਸਨ ਔਰ ਉਹਨਾਂ ਇਕੱਠਾਂ ਦਾ ਗੁਰੂ ਸਾਹਿਬ ਜੀ ਪ੍ਰਚਾਰ ਕਰਨ ਵਾਸਤੇ ਲਾਹਾ ਲੈਂਦੇ ਸਨ। ਵੀ ਸੰਗਤ ਆਈ ਹੈ, ਲੋਕ ਇਕੱਤਰ ਹੋਏ ਨੇ, ਇਹਨਾਂ ਨੂੰ ਕੋਈ ਗੁਰਮਤਿ ਦੀ ਗੱਲ ਇਹਨਾਂ ਦੇ ਜੇਨ 'ਚ ਪਾ ਦਈਏ ਤਾਂ ਕਿ ਇਹਨਾਂ ਦਾ ਜੀਵਨ ਸਵਰ ਸਕੇ, ਜੀਵਨ ਵਿੱਚ ਜਿਹੜਾ ਹੈ ਉਹ ਕੋਈ ਸਿਧਾਂਤਿਕ ਪੱਖ ਉਜਾਗਰ ਹੋ ਸਕੇ। ਜਿੱਥੇ ਅੱਜ ਇਹ ਬੰਦੀ ਛੋੜ ਦਿਵਸ ਹੈ, ਉੱਥੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਸ਼ਹੀਦੀ ਦਿਨ ਵੀ ਹੈ, ਜਦੋਂ ਕਿ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ, ਜਦੋਂ ਅਬਦਾਲੀ ਨੇ 1762 ਦੇ ਵਿੱਚ ਹਰਿਮੰਦਰ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਔਰ ਬਾਬਾ ਦੀਪ ਸਿੰਘ ਉਸ ਵੇਲੇ ਦਮਦਮਾ ਸਾਹਿਬ ਦੀ ਧਰਤੀ 'ਤੇ ਬੈਠੇ ਸਨ। ਜਦੋਂ ਉਹਨਾਂ ਨੂੰ ਖਬਰ ਪਹੁੰਚੀ ਤੇ ਉਹਨਾਂ ਦੇ ਕੋਲੋਂ ਰਿਹਾ ਨਾ ਗਿਆ, ਉਹਨਾਂ ਨੇ ਐਲਾਨ ਕਰ ਦਿੱਤਾ ਵੀ ਹੁਣ ਅਸੀਂ ਅੰਮ੍ਰਿਤਸਰ ਸਾਹਿਬ ਜਾਣਾ ਹੈ, ਉਹ ਜਿਨ੍ਹਾਂ ਨੇ ਸ਼ਹੀਦੀ ਕਫਨ ਬੰਨ੍ਹਣੇ ਨੇ ਉਹ ਤਿਆਰ ਹੋ ਜਾਓ। ਉਹਨਾਂ ਦੀ ਇੱਕ ਪੁਕਾਰ ਤੋਂ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਸ਼ਹਾਦਤ ਦੇਣ ਵਾਸਤੇ ਤਿਆਰ ਹੋ ਗਏ ਤੇ ਆਪ ਜੀ ਜੱਥਾ ਲੈ ਕੇ ਉੱਥੋਂ ਤੁਰੇ ਸਨ। ਔਰ ਉੱਥੋਂ ਆ ਕੇ ਫਿਰ ਆਪ ਜੀ ਨੇ ਤਰਨ ਤਾਰਨ ਦੇ ਨੇੜੇ ਇੱਕ ਲਕੀਰ ਖਿੱਚੀ ਸੀ।